ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੱਲ੍ਹ ਦੀ ਕਲਾਸ ਵਿੱਚ ਅਸੀਂ ਪੰਜਾਬੀ ਬੋਲੀ ਅਤੇ ਗੁਰਮੁਖੀ ਬਾਰੇ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਛੋਟੇ ਵਿਦਿਆਰਥੀਆਂ ਨੂੰ ਊੜਾ ਐੜਾ 35 ਅੱਖਰੀ ਉਹਦੇ ਉਚਾਰਨ ਬਾਰੇ ਸਮਝਾਇਆ ਸੀ ਅਤੇ ਸੀਨੀਅਰ ਵਿਦਿਆਰਥੀ ਉਹਨਾਂ ਦੇ ਨਾਲ ਗੱਲ ਕੀਤੀ ਸੀ ਮੁਹਾਰਨੀ ਬਾਰੇ। ਮੁਹਾਰਨੀ ਦੇ ਕੁਛ ਅੱਖਰਾਂ ਦਾ ਉਚਾਰਨ ਵੀ ਨਾਲ ਮੈਂ ਸਾਂਝਾ ਕੀਤਾ ਸੀ ਅਤੇ ਕੁਛ ਜ਼ਰੂਰੀ ਬੇਨਤੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਪੰਜਾਬੀ ਦੀਆਂ ਲਗਾਂ, ਪੰਜਾਬੀ ਵਿਚਲੇ 3 ਜੋ ਸਵਰ ਹੈ ਅਤੇ ਵਿਅੰਜਨਾਂ ਦੇ ਬਾਰੇ ਅਸੀਂ ਗੱਲ ਕੱਲ੍ਹ ਦੀ ਕਲਾਸ ਦੇ ਵਿੱਚ ਕੀਤੀ ਸੀ। ਕਿਵੇਂ ਪਹਿਲੇ 3 ਜਿਹੜੇ ਸਵਰ ਹੈ ਊੜਾ ਐੜਾ ਅਤੇ ਈੜੀ, ਉਹਨਾਂ ਦਾ ਉਚਾਰਨ ਮਾਤਰਾਵਾਂ ਦੇ ਨਾਲ ਲੱਗ ਕੇ ਕਿਵੇਂ ਬਣਦਾ ਹੈ ਅਤੇ ਵਿਅੰਜਨਾਂ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ, ਅਸੀਂ ਇਸ ਬਾਰੇ ਗੱਲ ਕੀਤੀ ਸੀ। ਅਤੇ ਮੁਹਾਰਨੀ ਦੇ ਕੁਛ ਅੱਖਰ ਤੁਹਾਡੇ ਨਾਲ ਸਾਂਝੇ ਕੀਤੇ ਸੀ। ਅਤੇ 35 ਅੱਖਰੀ ਦੀ ਮੁਹਾਰਨੀ, ਜਿਵੇਂ ਬਾਕੀ ਕੁਛ ਅੱਖਰਾਂ ਦੀ ਮੁਹਾਰਨੀ ਕੱਲ੍ਹ ਮੈਂ ਸਾਂਝੀ ਕੀਤੀ, ਅਤੇ ਉਹਦੇ ਤੋਂ ਬਿਨਾਂ 4 ਕੁ ਅੱਖਰ ਹੈ ਜਿਹੜੇ ਮੁਹਾਰਨੀ ਦੇ ਵਿੱਚ ਬੋਲਣ ਲੱਗਿਆਂ ਕੁਛ ਪਰੇਸ਼ਾਨੀ ਆਉਂਦੀ ਹੈ। ਹਾਲਾਂਕਿ ਪੰਜਾਬੀ ਦੇ ਵਿੱਚ 35 ਅੱਖਰੀ ਦੇ ਉਹ ਜਿਹੜੇ 4 ਉਚਾਰਨ ਮੈਂ ਕੱਲ੍ਹ ਵੀ ਸਾਂਝੇ ਕੀਤੇ ਸੀ ਤੁਹਾਡੇ ਨਾਲ, ਉਹਨਾਂ ਨੂੰ ਬੋਲਣ ਵਿੱਚ ਜਿੱਥੇ ਪਰੇਸ਼ਾਨੀ ਆਉਂਦੀ ਹੈ, ਪਰ ਉਹਦੇ ਨਾਲ ਨਾਲ ਜ਼ਿਆਦਾ ਪਰੇਸ਼ਾਨੀ ਮੁਹਾਰਨੀ ਦੇ ਅੱਖਰਾਂ ਜਾਂ ਮਾਤਰਾਵਾਂ ਦੇ ਉਚਾਰਨ ਕਰਨ ਲੱਗਿਆਂ ਆਉਂਦੀ ਹੈ। ਅੱਜ ਦੀ ਕਲਾਸ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਅੱਖਰਾਂ ਦਾ ਉਚਾਰਨ ਕਰਨਾ ਹੈ ਅਤੇ ਉਹਨਾਂ ਦੀ ਮੁਹਾਰਨੀ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬੋਲਣਾ ਹੈ। ਕਿਉਂਕਿ ਕੱਲ੍ਹ ਵੀ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਭਾਵੇਂ ਅੱਜ ਦੀ ਪੰਜਾਬੀ ਦੇ ਵਿੱਚ, ਭਾਵੇਂ ਅੱਜ ਦੇ ਕਾਇਦਿਆਂ ਦੇ ਵਿੱਚ, ਭਾਵੇਂ ਅੱਜ ਦੀਆਂ ਜੋ ਸਿੱਖਿਆ ਪ੍ਰਣਾਲੀਆਂ ਹੈ, ਜਿਸ ਪੈਟਰਨ 'ਤੇ ਜੋ ਕਲਾਸਾਂ ਪੰਜਾਬੀ ਦੀਆਂ ਸ਼ੁਰੂ ਹੋ ਰਹੀਆਂ ਹੈ, ਉਹਦੇ ਵਿੱਚ ਇਹੀ ਸਿਖਾਇਆ ਪੜ੍ਹਾਇਆ ਜਾਂ ਇਸ ਗੱਲ 'ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ ਕਿ ਜੋ ਕੁਛ ਪੰਜਾਬੀ ਦੇ 3-4 ਅੱਖਰ ਹੈ, ਜਿਵੇਂ ੰਘ, ඤ, ਣਾਣਾ, ਅੜਾੜਾ, ਇਹ ਅੱਜ ਦੀ ਪੰਜਾਬੀ ਵਿੱਚ ਇਹਨਾਂ ਦਾ ਕੋਈ ਮਾਇਨਾ ਨਹੀਂ ਹੈ। ਇੱਥੋਂ ਤੱਕ ਕਾਇਦੇ ਵਿੱਚ ਪੜ੍ਹਾਉਂਦੇ ਆ, ਜਦੋਂ ੰਘ ਆਉਂਦਾ, ඤ ਆਉਂਦਾ, ਣਾਣਾ ਆਉਂਦਾ ਅਤੇ ਖਾਲੀ ਕਹਿ ਕੇ ਅੱਗੇ ਲੰਘ ਜਾਂਦੇ ਆ। ਪਰ ਗੁਰਮੁਖੀ ਦੇ ਵਿੱਚ ਵਰਤੇ ਹੋਏ ਇਹ ਤਿੰਨੋਂ ਹੀ ਅੱਖਰ, ਜਿਨ੍ਹਾਂ ਨੂੰ ਖਾਸ ਕਰਕੇ ਜ਼ਿਆਦਾ ਖਾਲੀ ਕਿਹਾ ਜਾਂਦਾ, ਅੜਾੜਾ ਵੀ ਇਹਨਾਂ ਵਿੱਚ ਹੀ ਆ ਜਾਂਦਾ। ਗੁਰਮੁਖੀ ਦੇ ਨਾਲ ਲਗਾਵ ਰੱਖਣ ਵਾਲੇ, ਗੁਰਬਾਣੀ ਦੇ ਨਾਲ ਪਿਆਰ ਕਰਨ ਵਾਲੇ, ਆਪਣੇ ਸਾਹਿਤ ਨੂੰ ਥੋੜ੍ਹਾ ਜਿਹਾ ਨੇੜੇ ਹੋ ਕੇ ਉਹਨੂੰ ਸਮਝਣ, ਉਹਨੂੰ ਪਰਖਣ ਵਾਲੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਸਾਡੀ 35 ਅੱਖਰੀ ਦੇ ਜਿਹੜੇ ਅੱਖਰ ਹੈ ਖਾਲੀ ਨਹੀਂ, ਸਗੋਂ ਬਹੁਤ ਵਜ਼ਨਦਾਰ ਹੈ, ਇਹਨਾਂ ਵਿੱਚ ਬਹੁਤ ਕੁਝ ਹੈ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਬਾਣੀ ਵਿੱਚ ਇਹਨਾਂ ਸਾਰੇ ਅੱਖਰਾਂ ਦੇ ਨਾਲ ਗੁਰੂ ਸਾਹਿਬ ਨੇ ਬੜੇ ਪਿਆਰੇ ਪਿਆਰੇ ਸਾਨੂੰ ਸੰਦੇਸ਼ ਦਿੱਤੇ ਹੈ। ਓਅੰਕਾਰ ਬਾਣੀ ਅਤੇ ਸਿੱਧ ਗੋਸ਼ਟ ਬਾਣੀ, ਪੱਟੀ ਬਾਣੀ, ਪੱਟੀ ਲਿਖੀ ਬਾਣੀ, 52 ਅੱਖਰੀ, ਜਦੋਂ ਇਹਨਾਂ ਸਾਰੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਅਤੇ ਬੜੇ ਸੋਹਣੇ ਅੱਖਰਾਂ ਦੀ ਵਰਤੋਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਇਹਨਾਂ ਸਾਰੇ ਲਫ਼ਜ਼ਾਂ ਦੇ ਨਾਲ ਬੜੇ ਪਿਆਰੇ ਪਿਆਰੇ ਸੰਦੇਸ਼ ਸਾਨੂੰ ਦਿੱਤੇ ਹੈ। ਖੈਰ, ਜੇ ਅਸੀਂ ਬਾਣੀ ਨੂੰ ਸ਼ੁੱਧ ਉਚਾਰਨ ਕਰਨਾ, ਅਸੀਂ ਬਾਣੀ ਦੇ ਅਰਥਬੋਧ ਵਾਲੇ ਪਾਸੇ ਧਿਆਨ ਦੇਣਾ, ਜੇ ਅਸੀਂ ਚਾਹੁੰਦੇ ਹਾਂ ਕਿ ਬਾਣੀ ਸ਼ੁੱਧ ਰੂਪ ਦੇ ਵਿੱਚ ਪੜ੍ਹੀਏ, ਜਿਹਦੇ ਨਾਲ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ, ਔਕੜ ਨਾ ਆਵੇ। ਕੱਲ੍ਹ ਵੀ ਮੈਂ ਕਿਹਾ ਸੀ ਕਿ ਮੁਹਾਰਨੀ ਦਾ ਸਹੀ ਉਚਾਰਨ ਜ਼ਰੂਰੀ ਹੈ। ਮੁਹਾਰਨੀ ਦੀਆਂ ਕੁਛ ਉਦਾਹਰਨਾਂ ਮੈਂ ਕੱਲ੍ਹ ਸਾਂਝੀਆਂ ਕੀਤੀਆਂ। 4 ਜ਼ਰੂਰੀ ਅੱਖਰਾਂ ਬਾਰੇ ਅੱਜ ਅਸੀਂ ਗੱਲ ਕਰਨੀ ਹੈ। 4 ਜ਼ਰੂਰੀ ਅੱਖਰ ਬੋਰਡ ਦੀ ਸਹਾਇਤਾ ਨਾਲ ਅਸੀਂ ਵੇਖਾਂਗੇ। ਸਭ ਤੋਂ ਪਹਿਲਾਂ ਹੈ ੰਘ, ੰਘ ਲਫ਼ਜ਼, ਉਸ ਤੋਂ ਬਾਅਦ ਹੈ ඤ, ਉਸ ਤੋਂ ਬਾਅਦ ਹੈ ਣਾਣਾ ਅਤੇ ੜਾੜਾ। ਪਹਿਲੇ 2 ਅੱਖਰ ਹੈ ਜਿਹੜੇ ੰਘ ਅਤੇ ඤ, ਸਭ ਤੋਂ ਵੱਧ ਪਰੇਸ਼ਾਨੀ ਸਾਨੂੰ ਇਹਦੇ ਵਿੱਚ ਆਉਂਦੀ ਹੈ, ਕਿਉਂਕਿ ੰਘ ਅਤੇ ඤ ਦਾ ਉਚਾਰਨ ਜਦੋਂ ਤੱਕ ਨਹੀਂ ਹੋਏਗਾ, ਹੇਠਾਂ ਇਹਦੀ ਜਿੰਨੀ ਵੀ ਮੁਹਾਰਨੀ ਹੈ ਉਹ ਅਸੀਂ ਸ਼ੁੱਧ ਨਹੀਂ ਕਰ ਪਾਵਾਂਗੇ। ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ੰਘੇ ਲਫ਼ਜ਼ ਦਾ ਉਚਾਰਨ ਵੇਖਣਾ। ਬੜੀ ਵਧੀਆ ਗੱਲ ਹੈ ਜਦੋਂ ਤੁਸੀਂ ਨਾ 35 ਅੱਖਰੀ ਨੂੰ ਉਚਾਰਨ ਵਿੱਚ ਲੈ ਕੇ ਆਉਂਦੇ ਹੋ, ਊੜਾ ਐੜਾ ਈੜੀ ਸੱਸਾ ਹਾਹਾ, ਉਹਦੇ ਤੋਂ ਬਾਅਦ ਜਿਹੜੇ ਵੀ ਵਰਗ ਸ਼ੁਰੂ ਹੋਣੇ ਆ 5-5 ਅੱਖਰਾਂ ਦੇ, ਕੱਕੇ ਵਾਲੇ
ਵਾਲੀ ਲਾਈਨ ਨੂੰ ਕਵਰਗ ਦਾ ਨਾਮ ਦਿੰਦੇ ਆ ਭਾਸ਼ਾ ਵਿਗਿਆਨੀ ਸਾਡੇ ਪੁਰਾਣੇ ਵਿਦਵਾਨ। ਤੇ ਉਹ ਤੋਂ ਬਾਅਦ ਚੱਚੇ ਵਾਲੀ ਲਾਈਨ ਨੂੰ ਚਵਰਗ ਦਾ ਨਾਮ ਦਿੱਤਾ ਜਾਂਦਾ। ਹੁਣ ਜਿਹੜਾ ਕਵਰਗ ਹੈ, ਕੱਕਾ, ਖੱਖਾ, ਗੱਗਾ, ਘੱਗਾ, ঙੰਘਾ, ਜੇ ঙੰਘੇ ਲਫ਼ਜ਼ ਦੀ ਜਿਹੜੀ ਉਚਾਰਨ ਦੇ ਢੰਗ ਨੂੰ ਤੁਸੀਂ ਜਾਣਨਾ ਹੈ, ਸਭ ਤੋਂ ਪਹਿਲਾਂ ਜ਼ਰੂਰੀ ਹੋਏਗਾ ਤੁਹਾਨੂੰ ਪਤਾ ਹੋਏਗਾ ਕਿ ঙੰਘੇ ਦਾ ਉਚਾਰਨ ਕਿਵੇਂ ਦਾ ਹੋਣਾ। ঙੰਘੇ ਦਾ ਉਚਾਰਨ ਬਿਲਕੁਲ ਇਹਦੇ ਤੋਂ ਪਹਿਲਾਂ ਆਉਣ ਵਾਲੇ 4 ਅੱਖਰਾਂ ਦੀ ਤਰ੍ਹਾਂ ਹੋਣਾ, ਜਿਵੇਂ ਕਿ ਕੱਕਾ, ਖੱਖਾ, ਗੱਗਾ, ਘੱਗਾ, ঙੰਘਾ। ਜਿਵੇਂ ਦੀ ਹਰਕਤ ਕੱਕਾ ਬੋਲਣ ਲੱਗਿਆਂ ਜ਼ੁਬਾਨ ਦੇ ਵਿੱਚੋਂ ਹੋਏਗੀ, ਜੀਭ ਜਿਵੇਂ ਦੰਦਾਂ ਦੇ ਹੇਠਲੇ ਪਾਸੇ ਜਾਏਗੀ, ਉਸੇ ਤਰ੍ਹਾਂ ਖੱਖੇ ਨਾਲ ਹੋਏਗਾ, ਗੱਗੇ ਨਾਲ, ਘੱਗੇ ਨਾਲ, ਤੇ ਠੀਕ ਇਸੇ ਤਰ੍ਹਾਂ 4 ਅੱਖਰਾਂ ਵਾਂਗ ঙੰਘਾ ਲਫ਼ਜ਼ ਵੀ ਇੱਦਾਂ ਉਚਾਰਨ ਕਰਨਾ। ਗੱਗਾ ਤੇ ਨੰਨਾ ਲਫ਼ਜ਼ ਦਾ ਮਿਲਵਾਂ ਰੂਪ ਹੈ ঙੰਘਾ। ਇਸ ਕਰਕੇ ਉਚਾਰਨ ਕਰਨ ਲੱਗਿਆਂ ਜੇ ঙੰਘਾ ਪਹਿਲਾਂ ਨਹੀਂ ਉਚਾਰਨ ਦੇ ਵਿੱਚ ਆਉਂਦਾ ਹੈ, ਸਾਡੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਪਹਿਲੇ 4 ਅੱਖਰਾਂ ਨੂੰ ਧਿਆਨ ਦੇ ਨਾਲ ਤੁਸੀਂ ਪੜ੍ਹੋ, ਉਸ ਤੋਂ ਬਾਅਦ ঙੰਘਾ ਲਫ਼ਜ਼ ਉਚਾਰਨ ਵਿੱਚ ਲਿਆਉਣਾ। ਫਿਰ ਜਿਵੇਂ ਕੱਕਾ, ਖੱਖਾ, ਗੱਗਾ, ਘੱਗਾ ਤੇ ঙੰਘਾ। ਉਸ ਤੋਂ ਬਾਅਦ ਅਗਲਾ ਜਿਹੜਾ ਚਵਰਗ ਵਾਲੀ ਲਾਈਨ ਦਾ ਹੈ, ਚਵਰਗ ਦਾ ਅੱਖਰ ਹੈ ਞ। ਇਹਦਾ ਉਚਾਰਨ ਕਰਨ ਲਈ ਵੀ ਪਹਿਲੇ 4 ਅੱਖਰਾਂ ਨੂੰ ਦੇਖਣਾ ਜ਼ਰੂਰੀ ਹੈ, ਚੱਚਾ, ਛੱਛਾ, ਜੱਜਾ, ਝੱਜਾ ਤੇ ਞ। ਹੋਰ ਸੌਖੀ ਗੱਲ ਤੁਹਾਨੂੰ ਦੱਸ ਦਿੰਨਾ, ਗੱਗੇ ਵਾਲੀ ਲਾਈਨ ਵਿੱਚ ਗ ਵਰਗਾ ਲਫ਼ਜ਼ ਹੈ ঙੰਘਾ। ঙੰਘੇ ਵਿੱਚ ਗ ਦੀ ਤਰ੍ਹਾਂ ਆਵਾਜ਼ ਆਏਗੀ, ਤੇ ਜ ਵਾਲੀ ਲਾਈਨ ਵਿੱਚ ਜਿਹੜਾ ਆਉਂਦਾ ਹੈ ਉਹਨੂੰ ਕਹਿੰਦੇ ਞ। ਉਹ ਜ ਵਰਗੀ ਆਵਾਜ਼ ਕੱਢ ਕੇ ਞ ਬਣੇਗਾ, ਗ ਵਰਗੀ ਆਵਾਜ਼ ਕੱਢ ਕੇ ঙੰਘਾ ਬਣੇਗਾ। ਅੰਘਾ, ਔਆ, ਅਈਆਂ ਇਹ ਅਸ਼ੁੱਧ ਲਫ਼ਜ਼ ਹੈ। ਫਿਰ ਦੱਸ ਦਿੰਨਾ, ਕੱਕੇ ਵਾਲੀ ਲਾਈਨ ਵਿੱਚ ਆਉਣ ਵਾਲਾ ਜਿਹੜਾ ਸ਼ਬਦ ਹੈ ਉਹਨੂੰ ਕਹਿੰਦੇ ਆ ঙੰਘਾ, ਤੇ ਚੱਚੇ ਵਾਲੀ ਲਾਈਨ ਵਿੱਚ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਆ ਞ। ਉਸ ਤੋਂ ਬਾਅਦ ਹੈ ਨਾਣਾ, ਤੇ ਆਖਰੀ ਲਫ਼ਜ਼ ਹੈ ਅੜਾੜਾ। 35 ਅੱਖਰੀ ਦਾ ਆਖਰੀ ਲਫ਼ਜ਼ ਹੈ ਅੜਾੜਾ। ਇਹਦਾ ਉਚਾਰਨ ਕਰਨ ਲੱਗਿਆਂ ਵੀ ਕਈ ਜਾਣੇ ਰਾੜਾ ਕਹਿੰਦੇ ਹੈ, ਇਹ ਵੀ ਅਸ਼ੁੱਧ ਹੈ। ਮੈਂ ਹੇਠਾਂ ਜਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ, ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹਨਾਂ ਸਾਰੇ ਲਫ਼ਜ਼ਾਂ ਦੀ ਵਰਤੋਂ ਕੀਤੀ ਹੋਈ ਹੈ। ਖੈਰ, ਇਹਨਾਂ ਨਾਲ ਜਦੋਂ ਮਾਤਰਾਵਾਂ ਲੱਗਦੀਆਂ, ਕਿਉਂਕਿ ਮਾਤਰਾਵਾਂ ਦੇ ਨਾਲ ਹੀ ਸ਼ਬਦਾਂ ਦਾ ਨਵਾਂ ਰੂਪ ਇੱਕ ਬਣ ਕੇ ਆਉਂਦਾ, ਜਦੋਂ ਇਹਨਾਂ 4 ਅੱਖਰਾਂ ਨੂੰ ਮੁਹਾਰਨੀ ਦੇ ਵਿੱਚ ਅਸੀਂ ਜਾਣਾਂਗੇ ਮਾਤਰਾਵਾਂ ਦੇ ਨਾਲ ਇਹਨਾਂ ਦੀ ਆਵਾਜ਼ ਕਿਵੇਂ ਬਣਦੀ ਹੈ, ਫਿਰ ਗੁਰਬਾਣੀ ਵਿੱਚ ਵੀ ਉਚਾਰਨ ਕਰਨਾ ਸਾਡਾ ਸ਼ੁੱਧ ਹੋ ਜਾਏਗਾ। ਇਸ ਕਰਕੇ ਅਸੀਂ ਅੱਜ ਦੀ ਕਲਾਸ 'ਚ 4 ਅੱਖਰਾਂ ਦੀ ਮੁਹਾਰਨੀ ਨੂੰ ਵੇਖਾਂਗੇ। ਕੋਸ਼ਿਸ਼ ਕਰਾਂਗਾ ਮੈਂ ਕਿ ਹੌਲੀ ਹੌਲੀ ਇਹਦਾ ਉਚਾਰਨ ਤੁਹਾਡੇ ਨਾਲ ਸਾਂਝਾ ਕਰਾਂ। ਸਭ ਤੋਂ ਪਹਿਲਾਂ ਹੈ ঙੰਘਾ। ਮੁਹਾਰਨੀ ਦੇ ਰੂਪ ਵਿੱਚ ਅਸੀਂ ਪੜਾਂਗੇ ঙੰਘਾ ਮੁਕਤਾ ङ, ঙੰਘਾ ਕੰਨਾ ঙਾ, ঙੰਘਾ ਸਿਆਰੀ ঙੇ, ঙੰਘਾ ਵਿਹਾਰੀ ঙੀ, ঙੰਘਾ ਔਂਕੜ ঙੂ, ঙੰਘਾ ਦੁਲੈਂਕੜ ঙੂ, ঙੰਘਾ ਲਾਂ ঙੇ, ঙੰਘਾ ਦੁਲਾਵਾਂ ঙੈ, ঙੰਘਾ ਹੋੜਾ ঙੋ, ঙੰਘਾ ਕਨੌੜਾ ঙੋ, ঙੰਘਾ ਟਿੱਪੀ ङ, ঙੰਘਾ ਕੰਨਾ ਬਿੰਦੀ ঙਾ। ਇਸੇ ਤਰ੍ਹਾਂ ਅਗਲਾ ਉਚਾਰਨ ਹੈ ਞ। ঞ ਦੀ ਮੁਹਾਰਨੀ ਦੇ ਉਚਾਰਨ ਨੂੰ ਅਸੀਂ ਇੱਦਾਂ ਕਰਾਂਗੇ ঞ ਮੁਕਤਾ ঞ, ঞ ਕੰਨਾ ঞ, ঞ ਸਿਆਰੀ ঞੇ, ঞ ਵਿਹਾਰੀ ঞੀ, ঞ ਔਂਕੜ ঞੂ, ঞ ਦੁਲੈਂਕੜ ঞੂ, ঞ ਲਾਮ ঞੇ, ঞ ਦੁਲਾਵਾਂ ঞੈ, ঞ ਹੋੜਾ ঞੋ, ঞ ਕਨੌੜਾ ঞੌ, ঞ ਟਿੱਪੀ ঞ, ঞ ਕੰਨਾ ਬਿੰਦੀ ঞਾ। ਇਸੇ ਤਰ੍ਹਾਂ ਤੀਜਾ ਅੱਖਰ ਹੈ ਣਾਣਾ ਮੁਕਤਾ ਣ, ਣਾਣਾ ਕੰਨਾ ਣਾ, ਣਾਣਾ ਸਿਆਰੀ ਣੇ, ਣਾਣਾ ਵਿਹਾਰੀ ਣੀ, ਣਾਣਾ ਔਂਕੜ ਣੂ, ਣਾਣਾ ਦੁਲੈਂਕੜ ਣੂ, ਣਾਣਾ ਲਾਣੇ, ਣਾਣਾ ਦੁਲਾਵਾਂ ਣੇ, ਣਾਣਾ ਹੋੜਾ ਣੋ, ਣਾਣਾ ਕਨੌੜਾ ਣੋ, ਣਾਣਾ ਟਿੱਪੀ ਣੋ, ਣਾਣਾ ਕੰਨਾ ਬਿੰਦੀ ਣਾ। ਤੇ ਆਖਰੀ ਲਫ਼ਜ਼ ਅੜਾੜਾ ਮੁਕਤਾ ੜ,
ਅੜਾੜਾ ਕੰਨਾ ੜਾ, ਅੜਾੜਾ ਸਿਆਰੀ ੜੇ, ਅੜਾੜਾ ਬਿਹਾਰੀ ੜੀ, ਅੜਾੜਾ ਔਂਕੜ ੜੂ, ਅੜਾੜਾ ਦੁਲੈਂਕੜ ੜੂ, ਅੜਾੜਾ ਹੋੜਾ ੜੋ, ਅੜਾੜਾ ਕਨੌੜਾ ੜੋ। ਉਸ ਤੋਂ ਬਾਅਦ ਅੜਾੜਾ ਟਿੱਪੀ ੜਾਂ, ਅੜਾੜਾ ਕੰਨਾ ਬਿੰਦੀ ੜਾਂ। ਇਹ 4 ਅੱਖਰਾਂ ਦਾ ਉਚਾਰਨ ਇਸ ਤਰ੍ਹਾਂ ਹੈ। ਸਾਰਿਆਂ ਨੇ ਕੋਸ਼ਿਸ਼ ਕਰਨੀ, ਖਾਸ ਕਰਕੇ ਜਿਹੜੇ ਸੀਨੀਅਰ ਵਿਦਿਆਰਥੀ ਹੈ ਉਹਨਾਂ ਨੇ ਮੁਹਾਰਨੀ ਦੇ ਬਾਕੀ ਅੱਖਰਾਂ ਦੀ ਜਿੱਥੇ ਤਿਆਰੀ ਕਰਨੀ ਹੈ ਉਹਦੇ ਨਾਲ ਨਾਲ ਜਿਵੇਂ ਮੈਂ ਉਚਾਰਨ ਦੇ ਵਿੱਚ 4 ਅੱਖਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਬੜੇ ਗੌਰ ਨਾਲ ਤੁਸੀਂ ਸੁਣ ਕੇ ਉਸ ਦੀ ਪ੍ਰੈਕਟਿਸ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹਨਾਂ 4 ਲਫ਼ਜ਼ਾਂ ਨੂੰ ਵਰਤਿਆ ਗਿਆ ਹੈ, 4 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਕਿ ਬੋਰਡ ਵਿੱਚ ਜੇ ਤੁਹਾਨੂੰ ਦਿਖ ਰਿਹਾ ਹੋਏਗਾ, ਵੈਸੇ ਬੋਰਡ ਦੀ ਸਾਰੀ ਫੋਟੋ ਵੀ WhatsApp ਦੇ ਵਿੱਚ ਤੁਹਾਨੂੰ ਗਰੁੱਪ ਦੇ ਵਿੱਚ ਸੈਂਡ ਕਰ ਦਿੱਤੀ ਜਾਏਗੀ। ਜਿਵੇਂ ਕਿ ਸਭ ਤੋਂ ਪਹਿਲਾਂ ੰਗਾ ਅੱਖਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਦੋਂ 52 ਅੱਖਰੀ ਆਏਗੀ 52 ਅੱਖਰੀ ਦੇ ਵਿੱਚ ੰਗਾ ਲਫ਼ਜ਼ ਵਰਤ ਕੇ ਗੁਰੂ ਸਾਹਿਬ ਨੇ ਪਹਿਲਾਂ ਇੱਦਾਂ ਲਿਖਿਆ, ੰਗੇ ਤੇ ਟਿੱਪੀ ੰਗਾ ਕੰਨਾ। ਕਿਉਂਕਿ ਆਹ ਦੇਖੋ ਟਿੱਪੀ ਤੇ ਕੰਨਾ, ਜਿਹੜੇ ਕਹਿੰਦੇ ੰਗਾ ਖਾਲੀ ਹੈ ਗੁਰੂ ਸਾਹਿਬ ਨੇ ਟਿੱਪੀ ਰੂਪ 'ਚ ਵੀ ਵਰਤਿਆ ੰਗਾ ਤੇ ਕੰਨੇ ਦੇ ਵੀ, ਅੱਗੇ ਸਿਹਾਰੀ ਰੂਪ 'ਚ ਵੀ ਆਏਗਾ। ਖੈਰ ਗੁਰੂ ਸਾਹਿਬ ਨੇ ਵਰਤਿਆ ੰਗਾ ਟਿੱਪੀ ੰਗਾ ਕੰਨਾ, ੰਗਾ ਇਹ ਲਫ਼ਜ਼ ਬਣਿਆ ੰਗਾ। ਫਿਰ ੰਗੇ ਨੂੰ ਸਿਹਾਰੀ ਐੜੇ ਕੰਨਾ ਨੰਨਾ ਗਿਆਨ, ੰਗੇ ਦੇ ਪੈਰ 'ਚ ਰਾਰਾ, ਕੰਨਾ ਸੱਸੇ ਨੂੰ ਦੁਲਾਵਾਂ ngਰਾਸੈ, ngਰਾਸੈ, ੰਗਾ ਅਣਾਣਾ ਤੱਤੇ ਨੂੰ ਬਿਹਾਰੀ ngਣਤੀ, ੰਗਾ ਅਣਾਣੇ ਨੂੰ ਬਿਹਾਰੀ ngਣੀ। ਇਸੇ ਤਰ੍ਹਾਂ ਯਈਆਂ, ਯਈਏ ਤੇ ਟਿੱਪੀ ਯਈਆਂ ਕੰਨਾ ਬਣਿਆ ਯਈਆਂ, ਯਈਏ ਨੂੰ ਹੋੜਾ ਯੋਂ, ਯਈਏ ਕੰਨਾ ਅਣਾਣਾ ਹਾਹੇ ਨੂੰ ਔਂਕੜ ਇਹ ਬਣਿਆ ਯਾਣੋ, ਯਈਏ ਨੂੰ ਕੰਨਾ ਅਣਾਣਾ ਤੱਤਾ ਬਣਿਆ ਯਾਣਤ, ਯਈਆਂ ਕੰਨਾ ਯਾਂ। ਇਸੇ ਤਰ੍ਹਾਂ ਯਈਆਂ ਕੰਨਾ ਹਾਹੇ ਨੂੰ ਦੁਲੈਂਕੜ ਬਣਿਆ ਯਾਹੂ। ਤੇ ਇਹ ਹੈ ਜਿਨ੍ਹਾਂ ਦੀ ਸਟਾਰਟਿੰਗ ਦੇ ਵਿੱਚ, ਜਿਨ੍ਹਾਂ ਦੀ ਆਰੰਭਤਾ ਵਿੱਚ ਯਈਆਂ ਆਉਂਦਾ। ਇਸੇ ਤਰ੍ਹਾਂ ਹਾਲਾਂਕਿ ਬਹੁਤ ਸ਼ਬਦ ਹੈ, ਮੈਂ ਉਦਾਹਰਨ ਦੇ ਤੌਰ ਤੇ ਇਹ ਕੁਛ ਕੁ ਲਫ਼ਜ਼ ਤੁਹਾਡੇ ਨਾਲ ਸਾਂਝੇ ਕੀਤੇ ਹੈ। ਜਿਵੇਂ ਮੰਝ ਮੰਮੇ ਤੇ ਟਿੱਪੀ ਯਈਆਂ, ਅਗੇਤਰ ਤਾਂ ਆਉਂਦੇ ਹੈ ਯਈਏ, ਅਖੀਰ ਵਿੱਚ ਜਾਂ ਵਿਚਾਲੇ ਵੀ ਇਹਨਾਂ ਵਿੱਚੋਂ ਕਈ ਲਫ਼ਜ਼ ਵਰਤੇ ਜਾਂਦੇ ਹੈ। ਜਿਵੇਂ ਬਾਣੀ ਵਿੱਚ ਹੁਕਮਨਾਮੇ ਦੇ ਰੂਪ ਵਿੱਚ ਵੀ ਅਸੀਂ ਪੜ੍ਹਦੇ ਹਾਂ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਉੱਥੇ ਯਈਏ ਦੀ ਵਰਤੋਂ ਹੈ। ਮੰਝ ਅਣਾਣਾ ਲਫ਼ਜ਼ ਹੈ, ਅਣਾਣਾ ਕੰਨਾ, ਅਣਾਣਾ ਕੰਨਾ ਗੁਰਬਾਣੀ 'ਚ ਵਰਤਿਆ, ਇਹ ਬਣਿਆ ਅਣਾਣਾ। ਅੱਗੇ ਅਣਾਣਾ ਕੰਨਾ ਅਣਾਣੇ ਨੂੰ ਦੁਲਾਵਾਂ ਅਣਾਣੇ, ਅਣਾਣੇ ਕੰਨਾ ਅਣਾ, ਅਣਾਣਾ ਹਾਹਾ ਅਣ, ਅਣਾਣਾ ਕੰਨਾ ਮੰਮਾ ਅਣਾਮ। ਅੜਾੜੇ ਦੀ ਵਰਤੋਂ ਵੇਖ ਲਓ, ਅੜਾੜੇ ਕੰਨਾ ਅੜਾੜਾ ਅੜਾੜ। ਇਹਨੂੰ ਬਹੁਤ ਜਾਣੇ ਰਾੜ ਪੜ੍ਹਦੇ, ਰਾੜ ਨਹੀਂ ਹੈ, ਅੜਾੜਾ ਨਹੀਂ, ਰਾੜਾ ਨਹੀਂ ਹੈ, ਇਹ ਹੈ ਅੜਾੜਾ। ਇਹਨੂੰ ਪੜ੍ਹਿਆ ਜਾਏਗਾ ਅੜਾੜੇ ਕੰਨਾ ਅੜਾੜਾ ਅੜਾੜ। ਅੜਾੜੇ ਨੂੰ ਕੰਨਾ ਸਿਹਾਰੀ ਨਾਲ ਵੀ ਅੜਾੜ ਲਫ਼ਜ਼ ਆਇਆ। ਫਿਰ ਅੜਾੜਾ ਅੜਾੜਾ ਕੱਕੇ ਨੂੰ ਸਿਹਾਰੀ, ਇਹ ਬਣਿਆ ਅੜੜਕ। ਕਈ ਰੜਕ ਪੜ੍ਹ ਲੈਂਦੇ ਹੈ, ਉਹ ਵੀ ਅਸ਼ੁੱਧ ਹੈ। ਅੜਾੜੇ ਦੇ 2 ਅੱਖਰ ਇਕੱਠੇ ਆਉਂਦੇ ਹੈ, ਇਹ ਬਣਿਆ ਅੜੜਕ। ਅੜਾੜੇ ਨੂੰ ਕੰਨਾ ਅੜਾੜੇ ਨੂੰ ਦੁਲਾਵਾਂ ਅੜਾੜ ਹੈ। ਠੀਕ ਹੈ ਜੀ, ਇਹ ਲਫ਼ਜ਼ਾਂ ਦੇ ਉਚਾਰਨ ਵੱਲ ਤੁਸੀਂ ਧਿਆਨ ਦੇਣਾ ਹੈ। 4 ਲਫ਼ਜ਼ ਮੁਹਾਰਨੀ ਦੇ ਹੈ, ਸਾਰੇ ਬੱਚਿਆਂ ਨੇ ਗੌਰ ਦੇ ਨਾਲ ਇਹਨਾਂ ਨੂੰ ਵੇਖਣਾ ਹੈ, ਇਹਨਾਂ ਨੂੰ ਪੜ੍ਹਨਾ ਹੈ, ਆਪਣੀਆਂ ਕਾਪੀਆਂ 'ਤੇ ਲਿਖਣਾ ਹੈ। ਘਰ ਬੈਠਿਆਂ ਇਹਦੀ ਬਾਰ-ਬਾਰ ਤੁਸੀਂ ਪ੍ਰੈਕਟਿਸ ਕਰਨੀ ਹੈ, ਅਭਿਆਸ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਣਾ ਹੈ, ਤਾਂ ਜੋ ਗੁਰਬਾਣੀ ਪੜ੍ਹਨ ਲੱਗਿਆਂ ਸਾਨੂੰ ਕੋਈ ਦਿੱਕਤ ਨਾ ਆਵੇ, ਪਰੇਸ਼ਾਨੀ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।